ਤੁਸੀਂ ਦੇਖ ਰਹੇ ਹੋ ਓਪਨ ਪੰਜਾਬੀ ਟੀਵੀ। ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ। 14 ਫਰਵਰੀ ਨੂੰ ਜੋ ਕਿ ਪੰਜਾਬ ਦੇ ਅਤੇ ਹੋਰ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਤਹਿਤ ਰਵਿਦਾਸ ਬਰਾਦਰੀ ਵੱਲੋਂ ਲਗਾਤਾਰ ਹੀ ਆਵਾਜ਼ ਚੁੱਕੀ ਜਾ ਰਹੀ ਹੈ ਕਿ ਉਹਨਾਂ ਦੇ ਗੁਰਪੁਰਬ 14, 15 ਤੇ 16 ਤਰੀਕ ਨੂੰ ਜੋ ਹੈ ਉਹ ਹੋਣ ਜਾ ਰਹੇ ਨੇ, ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਰਵਿਦਾਸ ਮੰਦਿਰ ਦੇ ਵਿੱਚ ਕੀਤੀ ਜਾ ਰਹੀ ਹੈ, ਜਿੱਥੇ ਕਿ ਉਹਨਾਂ ਵੱਲੋਂ ਕਿਹਾ ਹੀ ਜਾ ਰਿਹਾ ਹੈ ਕਿ ਜਿਹੜੀ ਇਲੈਕਸ਼ਨ ਹੈ ਇਹਨੂੰ ਪੋਸਟਪੋਨ ਕੀਤਾ ਜਾਵੇ, ਨਹੀਂ ਤਾਂ ਜੋ ਉਹਨਾਂ ਦੀ ਬਰਾਦਰੀ ਆ ਉਹ ਵੋਟ ਦਾ ਇਸਤੇਮਾਲ ਜਿਹੜਾ ਆ ਉਹ ਨਹੀਂ ਕਰ ਪਾਵੇਗੀ। ਜਿਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਪ੍ਰੈਸ ਵਾਰਤਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਲਗਾਤਾਰ ਹੀ ਡਿਮਾਂਡ ਇਹ ਵੀ ਕੀਤੀ ਜਾ ਰਹੀ ਹੈ ਕਿ ਜਿੰਨੀ ਦੇਰ ਤੱਕ ਇਹ ਸਾਰੀਆਂ ਡਿਮਾਂਡ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਨੀ ਦੇਰ ਤੱਕ ਉਹ ਅਗਰ ਜ਼ਰੂਰਤ ਪਈ ਤਾਂ ਉਹ ਪ੍ਰੋਟੈਸਟ ਵੀ ਕਰਨਗੇ। ਲੇਕਿਨ ਪਹਿਲੀ ਵਾਰ ਉਹਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਜੋ ਹੈ ਉਹ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਸ ਵਿੱਚ ਆਪਣੀਆਂ ਡਿਮਾਂਡਸ ਜਿਹੜੀਆਂ ਨੇ ਉਹ ਵੀ ਲਿਖੀਆਂ ਗਈਆਂ ਨੇ। ਲਗਾਤਾਰ ਹੀ ਜਦੋਂ ਦਾ ਚੋਣਾਂ ਦਾ ਜਿਹੜਾ ਹੈ ਬਿਗਲ ਦੀ ਗੱਲ ਜਿਹੜੀ ਹੈ ਕੀਤੀ ਗਈ, ਉਸ ਤੋਂ ਬਾਅਦ ਰਵਿਦਾਸ ਬਰਾਦਰੀ ਵੱਲੋਂ ਲਗਾਤਾਰ ਹੀ ਕਿਹਾ ਹੀ ਜਾ ਰਿਹਾ ਕਿ ਜਿੰਨੀ ਦੇਰ ਤੱਕ ਇਹ ਜਿਹੜੀਆਂ ਇਲੈਕਸ਼ਨਸ ਨੇ ਇਹਨੂੰ ਪੋਸਟਪੋਨ ਨਹੀਂ ਕੀਤਾ ਜਾਂਦਾ ਜਾਂ ਇਹਨੂੰ ਐਡਵਾਂਸ ਜਿਹੜੀ ਇਲੈਕਸ਼ਨ ਜਿਹੜੀ ਹੈ ਉਹ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਪ੍ਰਦਰਸ਼ਨ ਵੀ ਕਰਨਗੇ ਅਤੇ ਆਪਣੀ ਆਵਾਜ਼ ਜਿਹੜੀ ਆ ਉਹ ਚੁੱਕਦੇ ਰਹਿਣਗੇ। ਕਿਉਂਕਿ 15 ਤੇ 16 ਤਰੀਕ ਨੂੰ ਭਾਰੀ ਮਾਤਰਾ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਵੱਡੇ ਦਲਿਤ ਚਿਹਰੇ ਨੇ ਉਹ ਵਾਪਸ ਜਿਹੜੇ ਨੇ ਉਹ ਇੱਥੋਂ ਜਾਂਦੇ ਨੇ ਅਤੇ ਗੁਰੂ ਸਾਹਿਬਾਨ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਦੇ ਨੇ। ਲਗਾਤਾਰ ਹੀ ਉਹਨਾਂ ਵੱਲੋਂ ਆਵਾਜ਼ ਜਿਹੜੀ ਆ ਜ਼ਰੂਰ ਆਪਣੀ ਬੁਲੰਦ ਕੀਤੀ ਜਾ ਰਹੀ ਹੈ ਅਤੇ ਪ੍ਰੈਸ ਕਾਨਫਰੰਸ ਜਿਹੜੀ ਸੀ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੀਗੀ ਉਹ ਰੱਖੀ ਗਈ ਸੀਗੀ। ਗੱਲਬਾਤ ਵੀ ਕਰਦੇ ਹਾਂ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ, ਅਤੇ ਲਗਾਤਾਰ ਹੀ ਜਿਹੜਾ ਡਿਪਟੀ ਕਮਿਸ਼ਨਰ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਉਹਦਾ ਕੀ ਕਾਰਨ ਹੈ। ਸਰ, ਕੀ ਨਾਮ ਹੈ ਤੁਹਾਡਾ ਔਰ ਸਭ ਨਾਲੋਂ ਪਹਿਲਾਂ ਦੱਸੋ ਤੁਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਹੋ, ਕੀ ਕਹਿਣਾ ਚਾਹੋਗੇ? ਅਸੀਂ ਡਿਪਟੀ ਸਾਹਿਬ ਨੂੰ ਮਿਲ ਕੇ ਆਏ ਸੀ, ਉਹਨਾਂ ਨੇ ਮੈਮੋਰੰਡਮ ਦਿੱਤਾ। ਅਸੀਂ ਕਿਹਾ ਕਿ ਜਿਹੜੀਆਂ ਇਹ ਤਾਰੀਖਾਂ ਰੱਖੀਆਂ ਗਈਆਂ ਨੇ ਇਹਨਾਂ 'ਤੇ ਦੁਬਾਰਾ ਗੌਰ ਕੀਤਾ ਜਾਵੇ ਅਤੇ 14 ਫਰਵਰੀ ਤੋਂ ਬਜਾਏ 10 ਫਰਵਰੀ ਜਾਂ 25 ਫਰਵਰੀ ਤੋਂ ਬਾਅਦ ਤਰੀਕ ਤੈਅ ਕੀਤੀ ਜਾਵੇ ਇਲੈਕਸ਼ਨ ਦੀ। ਕਾਰਨ ਤੁਸੀਂ ਕਿਉਂ ਇਹ ਚੀਜ਼ ਜਿਹੜੀ ਡਿਮਾਂਡ ਕਰ ਰਹੇ ਹੋ? ਇਹ ਕਾਰਨ ਹੈ ਕਿ ਸਾਡੇ ਸਤਿਗੁਰਾਂ ਦਾ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ 645ਵਾਂ ਨਗਰ ਜਨਮ ਦਿਹਾੜਾ ਮਨਾ ਰਹੇ ਹਾਂ, ਜੋ ਕਿ ਬਨਾਰਸ ਦੇ ਵਿੱਚ ਬੜੀ ਧੂਮਧਾਮ ਨਾਲ ਜਨਮ ਸਥਾਨ 'ਤੇ ਮਨਾਇਆ ਜਾਂਦਾ ਹੈ। ਅਤੇ ਇੱਥੋਂ ਪੰਜਾਬ ਦੇ ਵਿੱਚੋਂ ਕਮ ਸੇ ਕਮ 30-40 ਲੱਖ ਬੰਦਾ ਉੱਥੇ ਜਾਂਦਾ ਨੇ, ਆਸ਼ੀਰਵਾਦ ਲੈਣ ਵਾਸਤੇ ਜਾਂਦਾ ਹੈ। ਉਹੀ ਜਿਹੜਾ ਦਲਿਤ ਸਾਡਾ ਵੋਟ ਹੈ ਉਹੀ ਵੋਟ ਨਹੀਂ ਕਰੇਗਾ ਅਤੇ ਸਰਕਾਰ ਕਿੱਥੋਂ ਬਣੇਗੀ? ਸਾਡੀ ਸਰਕਾਰ ਦਾ ਮਕਸਦ ਹੈ ਵੀ ਸਾਡੀ ਜਿਹੜੀ ਵੋਟ ਹੈ ਉਹ ਸਹੀ ਤਰੀਕੇ ਨਾਲ ਸਾਡੇ ਵੋਟਰ ਪਾਉਣ ਅਤੇ ਇਸ ਤਰੀਕ ਨੂੰ ਗੌਰ ਕੀਤਾ ਜਾਵੇ। ਤੁਹਾਨੂੰ ਲੱਗਦਾ ਕਿ ਗਿਣੀ ਮਿੱਥੀ ਸਾਜ਼ਿਸ਼ ਤਾਂ ਨਹੀਂ ਤੁਹਾਨੂੰ ਲੱਗਦੀ ਪਈ ਇਸ ਪਿੱਛੇ? ਸ਼ਾਇਦ ਹੋ ਸਕਦਾ ਹੈ, ਜਾਂ ਤਾਂ ਉਹਨਾਂ ਤੋਂ ਮਿਸਟੇਕ ਹੋਈ ਹੈ ਜਾਂ ਉਹਨਾਂ ਨੇ ਜਾਣ ਬੁੱਝ ਕੇ ਇਹ ਕੀਤਾ ਹੈ ਕਿ ਤਾਂ ਕਿ ਦਲਿਤ ਜਿਹੜਾ ਵੋਟ ਉਹ ਪੈ ਨਾ ਸਕੇ ਅਤੇ ਸਰਕਾਰ ਆਪਣੀ ਨਾਮ ਕਾਮਯਾਬ ਕਰਨ ਬਣਾਉਣ। ਜਦੋਂ ਵੀ ਚੋਣਾਂ ਆਉਂਦੀਆਂ ਨੇ ਉਦੋਂ ਦਲਿਤ ਚਿਹਰੇ 'ਤੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਵੀ ਸਾਰੀ ਸਿਆਸੀ ਪਾਰਟੀਆਂ ਕਹਿ ਰਹੀਆਂ, ਕੋਈ ਕਹਿ ਰਿਹਾ ਕਿ ਮੁੱਖ ਮੰਤਰੀ ਸਾਡਾ ਦਲਿਤ ਹੋਏਗਾ, ਕੋਈ ਕਹਿ ਰਿਹਾ ਕਿ ਡਿਪਟੀ ਮੁੱਖ ਮੰਤਰੀ ਸਾਡਾ ਦਲਿਤ ਹੋਏਗਾ। ਲੇਕਿਨ ਜੇਕਰ ਤੁਸੀਂ ਵੋਟ ਹੀ ਨਹੀਂ ਪਾ ਪਾਓਗੇ ਤਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗ ਪਾਏਗਾ ਕਿ ਜਿਹੜਾ ਮੁੱਖ ਮੰਤਰੀ ਦਲਿਤ ਬਣ ਸਕਦਾ ਜਾਂ ਉਪ ਮੁੱਖ ਮੰਤਰੀ ਦਲਿਤ ਬਣ ਸਕਦਾ? ਇਹੀ ਕਾਰਨ ਅਸੀਂ ਕਹਿ ਰਹੇ ਹਾਂ ਕਿ ਜਿਹੜੀਆਂ ਤਰੀਕਾਂ ਨੇ ਉਹਨਾਂ 'ਤੇ ਗੌਰ ਕਰਕੇ ਕੀਤਾ ਜਾਵੇ, ਤਾਂ ਕਿ ਜਿਹੜੀ ਉਹਨਾਂ ਤਰੀਕ ਚੇਂਜ ਕੀਤੀ ਜਾਵੇ, 25 ਫਰਵਰੀ ਤੋਂ ਬਾਅਦ ਰੱਖਣ, ਤਾਂ ਕਿ ਸੰਗਤਾਂ ਜਿਹੜੀਆਂ ਉੱਥੋਂ ਬਨਾਰਸ ਤੋਂ ਵਾਪਸ ਆ ਕੇ ਆਪਣਾ ਵੋਟ ਕਰ ਸਕਣ। ਸਰ, ਤੁਸੀਂ ਕੀ ਕਹਿਣਾ ਚਾਹੋਗੇ? ਅਕਸਰ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਦਲਿਤ ਚਿਹਰਿਆਂ ਨੂੰ। ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ, ਬਹੁਤ ਸਾਰਾ ਵਿਰੋਧ ਵੀ ਉਹਨਾਂ ਦਾ ਹੁਣ ਜਾਣਬੁੱਝ ਕੇ ਕੀਤਾ ਜਾ ਰਿਹਾ। ਕੀ ਲੱਗਦਾ ਹੈ ਕਿ ਜਾਣਬੁੱਝ ਕੇ ਹੀ ਸਿਰਫ ਦਲਿਤ ਚਿਹਰਿਆਂ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ, ਤੁਹਾਡੇ ਸਵਾਲ ਦੇ ਵਿੱਚ ਹੀ ਇਹ ਜਵਾਬ ਹੈ ਕਿ ਹਮੇਸ਼ਾ ਹੀ ਦਲਿਤ ਭਾਈਚਾਰੇ ਨੂੰ ਜਿਹੜਾ ਹੈ ਉਹ ਇਗਨੋਰ ਕੀਤਾ ਜਾਂਦਾ ਹੈ। ਲੇਕਿਨ ਇਸ ਵਾਰੀ ਇਹ ਅਸੀਂ ਹੋਣ ਨਹੀਂ ਦੇਵਾਂਗੇ। ਅਗਰ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਤਾਂ ਰਵਿਦਾਸ ਭਾਈਚਾਰਾ ਜਿਹੜਾ ਹੈ ਉਹ ਆਪਣਾ ਪੂਰਨ ਤੌਰ 'ਤੇ ਇਲੈਕਸ਼ਨ ਦਾ ਬਾਈਕਾਟ ਕਰੇਗਾ। ਔਰ ਜਿਹੜਾ ਹੈ ਅਸੀਂ 1 ਹਫ਼ਤੇ ਦਾ ਟਾਈਮ ਜਿਹੜਾ ਹੈ DC ਸਾਹਿਬ ਨੂੰ ਵੀ ਦੇ ਕੇ ਆਏ ਹਾਂ, ਔਰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਭਾਰਤ ਦੇ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਇਸ ਗੱਲ ਨੂੰ ਮੰਨਿਆ ਜਾਵੇ। ਅਗਰ ਨਹੀਂ ਮੰਨੋਗੇ ਤਾਂ ਅਸੀਂ ਜਿਹੜਾ ਹੈ ਗੱਡੀਆਂ ਰੋਕਾਂਗੇ, ਚੱਕਾ ਜਾਮ ਕਰਾਂਗੇ, ਔਰ ਜੋ ਕੁਝ ਵੀ ਸਾਡੇ ਹੋਏਗਾ ਉਹ ਅਸੀਂ ਕਰਾਂਗੇ ਔਰ ਇਹ ਤਰੀਕ ਨੂੰ ਐਕਸਟੈਂਡ ਕਰਾ ਕੇ ਹੀ ਸਾਹ ਲਵਾਂਗੇ। ਕਾਰਨ ਕੀ ਸਮਝਦੇ ਹੋ ਇਹਦੇ ਪਿੱਛੇ ਜਿਹੜਾ ਸਾਰੀ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ, ਗਿਣੀ ਮਿੱਥੀ ਸਾਜ਼ਿਸ਼ ਕਹਿੰਦੇ ਕਿ ਹੋ ਰਹੀ ਹੈ ਇੱਕ ਹਿਸਾਬ ਦੀ, ਕਿਉਂ ਤੁਹਾਡੇ ਮੁਤਾਬਿਕ ਕਿਉਂ ਕੀਤੀ ਜਾ ਰਹੀ ਹੈ? ਇਹ ਜਿਹੜਾ ਇਹ ਲੋਕ ਨਹੀਂ ਚਾਹੁੰਦੇ ਕਿ ਦਲਿਤ ਵੋਟ ਜਿਹੜਾ ਹੈ ਇਹਨਾਂ ਦੇ ਜਿਹੜੇ MLA ਖੜੇ ਹੁੰਦੇ ਹਨ ਉਹ ਆਪਣੇ MLA ਨੂੰ ਵੋਟਾਂ ਪਾ ਲੈਣ, ਕਿਉਂਕਿ ਜਿਹੜਾ ਦਲਿਤ ਵੋਟ ਬੈਂਕ ਹੈ ਜ਼ਿਆਦਾਤਰ ਜਿਹੜਾ ਦਲਿਤ ਕੈਂਡੀਡੇਟ ਖੜਾ ਹੁੰਦਾ ਹੈ ਉਹ ਉਸੇ ਨੂੰ ਹੀ ਵੋਟਾਂ ਪੈਂਦੀਆਂ ਨੇ।
ਤੇ ਇਹ ਨਹੀਂ ਚਾਹੁੰਦੇ ਕਿ ਜਿਹੜਾ ਹੈ ਦਲਿਤ ਸੀਐਮ ਬਣੇ ਤੇ ਦਲਿਤ ਐਮਐਲਏ ਬਣਨ, ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਜੋ ਚੰਨੀ ਜੀ ਨੇ ਕੰਮ ਕੀਤੇ ਹਨ, ਸ਼ਲਾਘਾਯੋਗ ਉਹਨਾਂ ਨੇ ਕੰਮ ਕੀਤੇ ਹਨ, ਤੇ ਇਹ ਇੱਕ ਸੋਚੀ ਸਮਝੀ ਹੀ ਸਾਨੂੰ ਲੱਗਦਾ ਸਾਜ਼ਿਸ਼ ਹੈ। ਤੁਹਾਨੂੰ ਕੀ ਲੱਗਦਾ ਕੌਣ ਸਾਜ਼ਿਸ਼ ਰਚਤਾ ਕੌਣ ਹੋ ਸਕਦਾ ਇਹਦੇ ਪਿੱਛੇ? ਇਹ ਮੈਂ ਕਹਿ ਨਹੀਂ ਸਕਦਾ, ਲੇਕਿਨ ਜੋ ਨਜ਼ਰ ਆ ਰਿਹਾ ਹੈ ਕਿ ਜਿਸ ਤਰ੍ਹਾਂ ਸਾਨੂੰ ਇਗਨੋਰ ਕੀਤਾ ਜਾਂਦਾ ਤੇ ਜਿਸ ਤਰੀਕੇ ਨਾਲ ਆਪਣਾ ਇਹ ਹੋ ਰਿਹਾ ਵਾ ਕਾਫੀ ਸਾਲਾਂ ਤੋਂ, ਜਿਸ ਤਰ੍ਹਾਂ ਇਹ ਸਾਨੂੰ ਇਗਨੋਰ ਕਰਦੇ ਆ ਰਹੇ, ਤੇ ਮੈਂ ਨਾਂ ਨਹੀਂ ਲਵਾਂਗਾ, ਲੇਕਿਨ ਜਿਹੜਾ ਹੈ ਵੀ ਹੋ ਰਿਹਾ, ਕੁਛ ਨਾ ਕੁਛ ਜ਼ਰੂਰ ਹੋ ਰਿਹਾ। ਲੇਕਿਨ ਜਿਸ ਤਰ੍ਹਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚਦੇ ਨੇ, ਉਹਨਾਂ ਨੂੰ 20 ਮਿੰਟ ਖਿਲਾਰਿਆ ਜਾਂਦਾ ਹੈ, ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਇਹ ਚੋਣ ਜ਼ਾਬਤਾ ਵੀ ਲੱਗ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ ਹੈ, ਰਾਸ਼ਟਰਪਤੀ ਰਾਜ ਦੀ ਜਿਹੜੀ ਆ ਉਹ ਵੀ ਗੱਲਾਂ ਕੀਤੀਆਂ ਜਾਂਦੀਆਂ। ਤੁਹਾਨੂੰ ਲੱਗਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਫਿਰਕੂ ਦਾ ਨਹੀਂ ਹੁੰਦਾ, ਸਾਰੇ ਕਮਿਊਨਿਟੀਜ਼ ਦਾ ਹੁੰਦਾ? ਬਿਲਕੁਲ, ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜੇ ਸਤਿਕਾਰਯੋਗ ਨੇ, ਮਾਣਯੋਗ ਨੇ, ਲੇਕਿਨ ਇਹ ਤੁਸੀਂ ਜਿਹੜਾ ਕੁਐਸਚਨ ਕਰ ਰਹੇ ਹੋ, ਇਹ ਕੁਐਸਚਨ ਸਾਡੇ ਇਹ ਮੁੱਦੇ ਤੋਂ ਹਟ ਕੇ ਹੈ। ਮੈਂ ਇਸ ਤੇ ਨਹੀਂ ਬੋਲਣਾ ਚਾਹਾਂਗਾ ਕਿਉਂਕਿ ਇਹਦੇ ਉੱਪਰ ਜਿਹੜਾ ਬੋਲਣਾ ਹੈ ਇਹ ਲੀਡਰਾਂ ਦਾ ਕੰਮ ਹੈ, ਜਿਹੜੇ ਦੂਸਰੇ ਲੀਡਰ ਨੇ। ਅਸੀਂ ਧਾਰਮਿਕ ਤੌਰ ਤੇ ਸੰਸਥਾ ਦੇ ਮੈਂਬਰ ਹਾਂ, ਤੇ ਅਸੀਂ ਤੇ ਆਪੇ ਹੀ ਕਵਾਂਗੇ ਵੀ ਜਿਹੜਾ ਸਾਡੀ ਗੱਲ ਮੰਨੀ ਜਾਵੇ। ਗੁਰੂ ਸਾਹਿਬਾਨ ਦੇ ਕਿਹੜੇ ਪ੍ਰੋਗਰਾਮ ਹੁੰਦੇ ਨੇ ਔਰ ਕਿੰਨੀ ਤਰੀਕ ਨੂੰ ਜਿਹੜਾ ਲੋਕ ਇੱਥੋਂ ਜਾਂਦੇ ਨੇ ਔਰ ਕਿੰਨੀ ਕੁ ਸੰਖਿਆ ਜਿਹੜੀ ਆ ਉਹ ਬਨਾਰਸ ਪਹੁੰਚਦੀ ਹੈ? ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ 645ਵਾਂ ਸ਼ੁਭ ਜਨਮ ਦਿਹਾੜਾ ਇਸ ਵਕਤ ਇਸ ਵਾਰੀ 16 ਫਰਵਰੀ ਨੂੰ ਆ ਰਿਹਾ ਹੈ, ਅਤੇ 15 ਫਰਵਰੀ ਨੂੰ ਨਗਰ ਕੀਰਤਨ ਹੈ। ਤੇ ਘੱਟ ਤੋਂ ਘੱਟ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਆਖਿਆ 25 30 35 ਲੱਖ ਬੰਦਾ ਜਿਹੜਾ ਹੈ, ਸੰਗਤਾਂ ਸ਼ਰਧਾਲੂ ਜਿਹੜੇ ਨੇ ਉਹ ਬਨਾਰਸ ਪਹੁੰਚਦੇ ਨੇ। ਉਹ ਤੁਸੀਂ ਸਮਝ ਲਓ ਕਿ 25 30 ਲੱਖ ਸ਼ਰਧਾਲੂ ਅਗਰ ਪੰਜਾਬ 'ਚੋਂ ਨਿਕਲ ਜਾਂਦੇ ਨੇ ਤੇ ਇਹਦਾ ਵੋਟ ਬੈਂਕ ਦਾ ਕੀ ਅਸਰ ਪਏਗਾ? ਕਹਿਣ ਦਾ ਮਤਲਬ ਕਿ ਅੱਧੇ ਨਾਲੋਂ ਜ਼ਿਆਦਾ ਵੋਟ ਬੈਂਕ ਜਿਹੜੀ ਆ ਉਹ ਸ਼ਿਫਟ ਹੋ ਜਾਏਗੀ, ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਉਹਦਾ ਫਾਇਦਾ ਵੀ ਚੁੱਕ ਸਕਦੀਆਂ ਨੇ। ਤਾਂ ਅਸੀਂ ਇਹੀ ਚੋਣ ਕਮਿਸ਼ਨਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਹੈ ਲੋਕ ਅਗਰ ਵੋਟਾਂ ਪਾਉਣਗੇ ਤਾਂ ਇੱਕ ਚੰਗੀ ਸਰਕਾਰ ਲੈ ਕੇ ਆਉਣਗੇ, ਤਾਂ ਇਹ ਸਾਡੀ ਗੱਲ ਦੇ ਉੱਪਰ ਗੌਰ ਕੀਤੀ ਜਾਵੇ। ਅਗਰ ਜੇ ਨਹੀਂ ਹੁੰਦੀ ਤੇ ਫਿਰ ਕੀ ਟ੍ਰੇਨਸ ਰੋਕੀਆਂ ਜਾ ਸਕਦੀਆਂ? ਕੀ ਹੋਏਗਾ, ਰੂਪ ਰੇਖਾ ਕੀ ਰਹੇਗੀ ਤੁਹਾਡੀ? ਅਗਰ ਵੈਸੇ ਤਾਂ ਸਾਨੂੰ ਉਮੀਦ ਹੈ, ਕਿਉਂਕਿ ਇਸ ਦੇ ਵਿੱਚ ਚੋਣ ਕਮਿਸ਼ਨਰ ਦਾ, ਭਾਰਤ ਦੇ ਚੋਣ ਕਮਿਸ਼ਨਰ ਦਾ ਕੁਝ ਘਸਣਾ ਨਹੀਂ ਹੈ ਜਾਂ ਕੁਝ ਉਹਦਾ ਕੁਝ ਲੱਗਣਾ ਨਹੀਂ ਹੈ। ਇੱਕ ਤਰੀਕ ਐਕਸਟੈਂਡ ਕਰਨੀ ਹੈ ਜਾਂ ਕਿਸੇ ਨੂੰ ਉਹਦਾ ਫਾਇਦਾ ਨਹੀਂ ਪਹੁੰਚਣਾ। ਜੇ ਇੱਕ ਤਰੀਕ ਐਕਸਟੈਂਡ ਕਰ ਵੀ ਦਿੰਦੇ ਨੇ ਤੇ ਮੇਰੇ ਖਿਆਲ ਨਾਲ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਨੂੰ ਕਿਸੇ ਚੀਜ਼ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ, ਤੇ ਮੇਰੇ ਖਿਆਲ ਨਾਲ ਤੇ ਇਹਨਾਂ ਨੂੰ ਕਰਨਾ ਚਾਹੀਦਾ। ਅਗਰ ਨਹੀਂ ਕਰਨਗੇ ਤਾਂ ਫਿਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸ਼ਾਂਤੀਪੂਰਵਕ ਜਿਹੜਾ ਵਾ ਅਸੀਂ ਰੋਸ ਮੁਜ਼ਾਹਰਾ ਧਰਨਾ ਕਰਾਂਗੇ, ਟ੍ਰੇਨਾਂ ਰੋਕਾਂਗੇ ਸ਼ਾਂਤੀਪੂਰਵਕ। ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ, ਫਿਰ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਔਰ ਕਿਹਾ ਕੁਛ ਜੀ ਉਹਨਾਂ ਨੇ? ਤੁਹਾਨੂੰ ਡਿਪਟੀ ਕਮਿਸ਼ਨਰ ਸਾਹਿਬ ਖਹਿਰਾ ਸਾਹਿਬ ਜੀ ਸਾਨੂੰ ਮਿਲੇ, ਬੜੇ ਅੱਛੇ ਉਹਨਾਂ ਨੇ ਡੀਲਿੰਗ ਕੀਤੀ, ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਅਸੀਂ ਤੁਹਾਡੀ ਆਵਾਜ਼ ਜਿਹੜੀ ਆ ਅਗਾਂਹ ਤੱਕ ਪਹੁੰਚਾਵਾਂਗੇ। ਲਵ ਭਾਜੀ ਯੂਥ ਤੋਂ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਨੇ। ਅਕਸਰ ਹੀ ਯੂਥ ਜਿਹੜਾ ਹੈ ਜੀ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨਿਆ ਗਿਆ, ਖਾਸ ਤੌਰ ਤੇ ਜਿਹੜੇ ਸਾਡੇ ਐਸੀ ਭਾਈਚਾਰੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਹੈ ਕਿ ਜਾਣਬੁੱਝ ਕੇ ਯੂਥ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੈ ਭੀਮ, ਜੈ ਭਾਰਤ, ਜੈ ਗੁਰਦੇਵ। ਮੈਂ ਲਵ ਬਬੋਰੀਆ, ਚੇਅਰਮੈਨ ਸਤਿਗੁਰੂ ਰਵਿਦਾਸ ਸ਼ਕਤੀ ਦਲ ਤੋਂ। ਅੱਜ 2 ਮੈਮੋਰੈਂਡਮ ਜਿਹੜੇ ਨੇ ਉਹ ਦਿੱਤੇ ਗਏ ਨੇ ਡੀਸੀ ਸਾਹਿਬ ਨੂੰ, ਇੱਕ ਸਤਿਗੁਰੂ ਰਵਿਦਾਸ ਸ਼ਕਤੀ ਦਲ ਵੱਲੋਂ ਤੇ ਇੱਕ ਸਾਡੇ ਹੈੱਡ ਆਫਿਸ ਮੰਦਰ ਭੂਸ਼ਣਪੁਰਾ ਵੱਲੋਂ। ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਦਲਿਤਾਂ ਨੂੰ ਦਬਾਉਣ ਦੀ ਹਰ ਇੱਕ ਜਿਹੜੀ ਕੋਸ਼ਿਸ਼ ਆ, ਹਰ ਕੋਝੀ ਚਾਲ ਜਿਹੜੀ ਉਹ ਲਾਗੂ ਕੀਤੀ ਜਾਂਦੀ ਹੈ ਇਹਨਾਂ ਸਰਕਾਰਾਂ ਵੱਲੋਂ, ਕਿਉਂਕਿ ਅੱਗੇ ਹੀ ਪੰਜਾਬ ਦੇ ਵਿੱਚ ਜਿਹੜਾ ਪੋਲਿੰਗ ਪਰਸੈਂਟੇਜ ਹੈ ਉਹ ਪਿਛਲੀ ਵਾਰ ਵੀ 65 ਤੋਂ 70% ਹੋਇਆ ਹੈ, ਤੇ ਜੇਕਰ ਰਵਿਦਾਸੀਆ ਕਮਿਊਨਿਟੀ ਜਿਹੜੀ ਕਿ ਪੰਜਾਬ ਦੇ ਵਿੱਚ 17 ਤੋਂ 20% ਦੀ ਆਬਾਦੀ ਹੈ, ਜੇਕਰ ਤੁਸੀਂ ਲਾ ਲਓ ਵੀ ਮੈਂ ਨਹੀਂ ਕਹਿੰਦਾ ਵੀ ਸਾਰੀ ਆਬਾਦੀ ਜਿਹੜੀ ਹੈ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਾਂਸ਼ੀ ਬਨਾਰਸ ਜਾਂਦੀ ਹੈ, ਪਰ ਜੇਕਰ 15% ਆਬਾਦੀ ਵੀ ਸਪੈਸ਼ਲ ਟ੍ਰੇਨਾਂ ਰਾਹੀਂ ਯੂਪੀ ਕਾਂਸ਼ੀ ਬਨਾਰਸ ਜਾਂਦੀ ਹੈ, ਤੇ ਜਿਹੜਾ ਪੋਲਿੰਗ ਦਾ ਪਰਸੈਂਟੇਜ ਹੈ ਉਹ 75 ਤੋਂ ਜਾਂ 70 ਤੋਂ ਜਾਂ 65 ਤੋਂ ਘੱਟ ਕੇ ਸਿੱਧਾ ਹੀ 50% ਹੋ ਜਾਏਗਾ। ਇਹਦਾ ਸਿੱਧਾ ਤੇ ਸਿੱਧਾ ਨੁਕਸਾਨ ਜਿਹੜਾ ਹੈ ਉਹ ਚੋਣ ਕਮਿਸ਼ਨ ਨੂੰ ਹੋਏਗਾ, ਜਿਹੜੇ ਵਿੱਚ ਕੀ ਉਹ ਅਸਫਲ ਹੋ ਜਾਣਗੇ ਜਿਹੜੀਆਂ ਪਰਸੈਂਟੇਜ ਦੇ ਵਿੱਚ ਆਪਣੇ ਆਪ ਨੂੰ ਐਡਵਾਂਸ ਕਰਨ ਦੇ ਵਿੱਚ। ਸੋ ਮੇਰੀ ਬੇਨਤੀ ਹੈ ਭਾਰਤ ਚੋਣ ਕਮਿਸ਼ਨ ਨੂੰ ਕਿ ਤੁਸੀਂ ਵੱਧ ਤੋਂ ਵੱਧ ਪਰਸੈਂਟੇਜ ਦੇ ਨਾਲ ਪੰਜਾਬ ਦੇ ਵਿੱਚ ਵੋਟਾਂ ਪਾਓ, ਤਾਂ ਜੋ ਇੱਕ ਚੰਗੀ ਤੇ ਵਧੀਆ ਸਰਕਾਰ ਬਣ ਕੇ ਅੱਗੇ ਆ ਸਕੇ। ਨੌਜਵਾਨਾਂ ਦਾ ਬੜਾ ਵੱਡਾ ਸਹਿਯੋਗ ਰਹਿੰਦਾ, ਕਿਉਂਕਿ ਨੌਜਵਾਨ ਬਾਹਰ ਨਿਕਲਦੇ ਨੇ,
ਖਾਸ ਤੌਰ ਤੇ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਨਿਕਲਦੇ ਨੇ। ਕੀ ਲੱਗਦਾ ਹੈ ਕਿ ਜੇ ਨੌਜਵਾਨ ਹੀ ਸ਼ਿਫਟ ਹੋ ਜਾਏਗਾ ਤੇ ਫਿਰ ਵੋਟ ਬੈਂਕ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ 15% ਹੋ ਨਹੀਂ ਸਕਦਾ, 25 ਤੋਂ 30% ਵੀ ਜਿਹੜਾ ਘਟ ਸਕਦਾ ਹੈ ਲਗਾਤਾਰ ਹੀ? ਦੇਖੋ ਜੀ, ਧਾਰਮਿਕ ਜਿਹੜਾ ਹੈ ਮੁੱਦਾ, ਉਹ ਪੰਜਾਬ ਦੇ ਵਿੱਚ ਧਾਰਮਿਕ ਮੁੱਦੇ ਦੇ ਨਾਲ ਹੀ ਵੋਟਾਂ ਜਿਹੜੀਆਂ ਪੈਂਦੀਆਂ ਹਨ। ਤੇ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੀ ਡੇਟ ਹੈ ਇਹਨੂੰ 10 ਤਰੀਕ ਤੋਂ 10 ਤਰੀਕ ਕੀਤੀ ਜਾਵੇ, 10/2/2022 ਜਾਂ 25/2/2022 ਕੀਤੀ ਜਾਵੇ, ਕਿਉਂਕਿ ਸਪੈਸ਼ਲ ਟ੍ਰੇਨਾਂ ਜਿਹੜੀਆਂ ਹਨ ਉਹ ਇੱਕ ਦਿਨ ਪਹਿਲਾਂ ਤੇ ਰੱਦ ਨਹੀਂ ਹੁੰਦੀਆਂ ਜਾਂ ਇੱਕ ਦਿਨ ਪਹਿਲਾਂ ਤੇ ਲਾਗੂ ਨਹੀਂ ਹੁੰਦੀਆਂ। ਅਸੀਂ ਡੇਰਾ ਸੱਚਖੰਡ ਬੱਲਾ ਵੱਲੋਂ ਸਪੈਸ਼ਲ ਟ੍ਰੇਨਾਂ ਦੀ ਤਰੀਕ ਜਿਹੜੀ 12 ਤਰੀਕ ਤੋਂ ਸ਼ੁਰੂ ਹੋ ਜਾਣਗੀਆਂ ਤੇ ਸੰਗਤਾਂ ਨੇ ਟਿਕਟਾਂ ਵੀ ਬੁੱਕ ਕਰਾਈਆਂ ਹੁੰਦੀਆਂ ਹਨ, ਪੈਸੇ ਵੀ ਦਿੱਤੇ ਹੁੰਦੇ ਹਨ। ਉਹ ਬੜਾ ਭਾਰੀ ਨੁਕਸਾਨ, ਜਿਹੜਾ ਮਾਲੀ ਨੁਕਸਾਨ ਹੋਏਗਾ ਦਲਿਤ ਸਮਾਜ ਦਾ। ਸੋ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਜਿਹੜੀ ਚੋਣ ਦੀ ਡੇਟ ਹੈ ਉਹ 10 ਤਰੀਕ ਜਾਂ 21 ਤਰੀਕ ਦੂਜੇ ਮਹੀਨੇ ਦੀ ਕੀਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਪੋਲਿੰਗ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਨਿਕਲ ਕੇ ਅੱਗੇ ਆ ਸਕੇ, ਕਿਉਂਕਿ ਦਲਿਤ ਸਮਾਜ ਜਿਹੜਾ ਹੈ ਉਹੀ ਅੱਗੇ ਆ ਕੇ ਜ਼ਿਆਦਾ ਵੋਟਾਂ ਪਾਉਂਦਾ ਹੈ। ਤੇ ਜੇ ਦਲਿਤ ਸਮਾਜ ਹੀ ਪੰਜਾਬ 'ਚ ਨਹੀਂ ਹੋਏਗਾ ਤੇ ਵੋਟਿੰਗ ਪਰਸੈਂਟੇਜ ਜਿਹੜੀ ਉਹ ਲੋ ਤੋਂ ਲੋ ਹੀ ਜਾਏਗੀ। ਤੁਸੀਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਤੇ ਕੀ ਆਸ਼ਵਾਸਨ ਉਹਨਾਂ ਨੇ ਕੀ ਦਿੱਤਾ? ਲੱਗਦਾ ਭਰੋਸਾ ਜੋ ਜਿਹੜੀ ਹੈ ਤੁਹਾਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਤੁਹਾਨੂੰ? ਦੇਖੋ ਜੀ, ਅਸੀਂ ਜਿਹੜਾ ਸਤਿਗੁਰੂ ਰਵਿਦਾਸ ਸ਼ਕਤੀ ਦਲ ਵੱਲੋਂ ਮੈਮੋਰੈਂਡਮ ਜਿਹੜਾ ਆਪਣਾ ਡੀਸੀ ਸਾਹਿਬ ਨੂੰ ਦਿੱਤਾ ਆ, ਡੀਸੀ ਸਾਹਿਬ ਨੇ ਸਾਨੂੰ ਪੂਰਨ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਚੋਣ ਕਮਿਸ਼ਨ ਭਾਰਤ ਨੂੰ ਉਸੇ ਟਾਈਮ ਉਹਨਾਂ ਨੇ ਮਾਰਕ ਕਰਕੇ ਜਿਹੜਾ ਹੈ ਕਿ ਉਹ ਅੱਗੇ ਸਾਡੇ ਸਾਹਮਣੇ ਫੋਰਵਰਡ ਕਰਕੇ ਤੇ ਆਪਣੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਔਨ ਦੀ ਸਪੋਰਟ ਹੀ ਜਿਹੜਾ ਆ ਉਹ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਜਾਵੇ। ਸੋ ਅਸੀਂ ਡੀਸੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਾਂ ਤੇ ਅਸੀਂ ਇਹੋ ਆਸ ਕਰਦੇ ਹਾਂ ਕਿ ਚੋਣ ਕਮਿਸ਼ਨ ਸਾਡੇ ਸਮਾਜ ਦੀਆਂ ਭਾਵਨਾਵਾਂ ਨੂੰ ਸਮਝੇਗਾ ਤੇ ਉਸ ਦੇ ਉੱਤੇ ਵਿਚਾਰ ਕਰੇਗਾ ਤੇ ਵੋਟਿੰਗ ਜਿਹੜੀ ਪਰਸੈਂਟੇਜ ਆ ਉਹ ਪੰਜਾਬ ਦੇ ਵਿੱਚੋਂ ਜ਼ਿਆਦਾ ਲਿਆਉਣ ਦੀ ਇਸੇ ਤਰ੍ਹਾਂ ਹੀ ਕੋਸ਼ਿਸ਼ ਜਿਹੜੀ ਉਹਨਾਂ ਦੀ ਪੂਰੀ ਹੋ ਸਕਦੀ ਹੈ। ਜੇ ਅਗਰ ਨਹੀਂ ਹੁੰਦਾ ਤੇ ਫਿਰ ਅੱਗੋਂ ਰੂਪ ਰੇਖਾ ਕੀ ਰਹੇਗੀ ਤੁਹਾਡੀ? ਦੇਖੋ ਜੀ, ਸਾਡਾ ਸਤਿਗੁਰੂ ਰਵਿਦਾਸ ਸ਼ਕਤੀ ਦਲ ਜਿਹੜਾ ਹੈ ਉਹ ਡੇਰਾ ਸੱਚਖੰਡ ਬੱਲਾ ਦੇ ਨਾਲ ਚੱਲਦਾ ਹੈ। ਹਾਲ ਦੀ ਘੜੀ ਡੇਰਾ ਸੱਚਖੰਡ ਬੱਲਾ ਨੇ ਜਿਹੜਾ ਹੈ ਉਹ ਚੋਣ ਕਮਿਸ਼ਨ ਨੂੰ ਲੈਟਰ ਦਿੱਤੀ ਸੀਗੀ ਵੀ 10 ਜਾਂ 21 ਤਰੀਕ 25 ਤਰੀਕ ਨੂੰ ਜਿਹੜੇ ਉਹ ਇਲੈਕਸ਼ਨ ਦੂਜੇ ਮਹੀਨੇ ਕੀਤੇ ਜਾਣ, ਤੇ ਅਸੀਂ ਉਸੇ ਚੀਜ਼ ਤੇ ਹੀ ਜਿਹੜਾ ਹੈ ਮੈਮੋਰੈਂਡਮ ਦੇ ਕੇ ਆਏ ਹਾਂ। ਅੱਗੇ ਦੀ ਰਣਨੀਤੀ ਜੋ ਡੇਰਾ ਸੱਚਖੰਡ ਬੱਲਾ ਦਾ ਹੁਕਮ ਹੋਏਗਾ ਅਸੀਂ ਉਹਨਾਂ ਦੇ ਹੁਕਮ ਦੇ ਨਾਲ ਹੀ ਚੱਲਦੇ ਹਾਂ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਅੱਜ ਇੱਕ ਬਹੁਤ ਵੱਡੇ ਅਹਿਮ ਮੁੱਦੇ ਤੇ ਜਿਹੜੀ ਆ ਇਹਨਾਂ ਵੱਲੋਂ ਪ੍ਰੈਸ ਵਾਰਤਾ ਜਿਹੜੀ ਆ ਉਹ ਕੀਤੀ ਗਈ ਆ ਤੇ ਡਿਮਾਂਡ ਕੀਤੀ ਜਾ ਰਹੀ ਹੈ ਕਿ ਇਲੈਕਸ਼ਨ ਜਿਹੜੀ ਆ ਪੋਸਟਪੋਨ ਕੀਤੀ ਜਾਵੇ ਜਾਂ ਪ੍ਰੀ ਪੋਲ ਜਿਹੜੀ ਆ ਉਹ ਇਲੈਕਸ਼ਨ ਜਿਹੜੀ ਆ ਉਹ ਕੀਤੀ ਜਾਵੇ। ਦੂਸਰੇ ਪਾਸੇ ਲਗਾਤਾਰ ਹੀ ਡਿਪਟੀ ਕਮਿਸ਼ਨਰ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਔਰ ਕਿਹਾ ਹੀ ਜਾ ਰਿਹਾ ਕਿ ਇਲੈਕਸ਼ਨ ਜਿਹੜੀ ਆ ਪੋਸਟਪੋਨ ਕਰਵਾਈ ਜਾਵੇ। ਅਤੇ ਤੁਸੀਂ ਤਸਵੀਰ ਵੀ ਵੇਖ ਸਕਦੇ ਹੋ ਕਿ ਡਿਪਟੀ ਕਮਿਸ਼ਨਰ ਨੂੰ ਜੋ ਹੈ ਦੇਂਦਿਆਂ ਨੂੰ ਜਿਹੜੀ ਆ ਉਹ ਤਸਵੀਰ ਜਿਹੜੀ ਆ ਉਹ ਦਿੱਤੀ ਗਈ ਹੈ। ਲਗਾਤਾਰ ਹੀ ਜੋ ਹੈ ਰਵਿਦਾਸ ਭਾਈਚਾਰੇ ਵੱਲੋਂ ਆਵਾਜ਼ ਵੀ ਚੁੱਕੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਪਰਸੈਂਟੇਜ ਜਿਹੜਾ ਆ ਉਹ ਵੋਟ ਬੈਂਕ ਪਰਸੈਂਟੇਜ ਜਿਹੜੀ ਆ ਉਹ ਜ਼ਰੂਰ ਘਟ ਜਾਏਗੀ, ਜਿਸ ਕਰਕੇ ਕਾਫੀ ਨੁਕਸਾਨ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ। ਲਗਾਤਾਰ ਹੀ ਹੋਰ ਵੀ ਸਾਥ ਹੀ ਸਾਡੇ ਨਾਲ ਮੌਜੂਦ ਨੇ। ਸਰ, ਕੀ ਕਹਿਣਾ ਚਾਹੋਗੇ ਜੇਕਰ ਇਲੈਕਸ਼ਨਸ ਪੋਸਟਪੋਨ ਨਹੀਂ ਹੁੰਦੀ ਤੇ ਫਿਰ ਕੀ ਅੱਗੋਂ ਰੂਪ ਰੇਖਾ ਕੀ ਰਹੇਗੀ, ਕਿਉਂਕਿ ਬਹੁਤ ਵੱਡਾ ਵੋਟ ਬੈਂਕ ਜਿਹੜਾ ਵਾ ਉਹ ਦਲਿਤ ਭਾਈਚਾਰੇ ਦਾ ਹੈ? मैं सोहन लाल अमरोही, प्रधान युवा शक्ति संगठन पंजाब। जो आप जी ने पूछा है, असी सारे जिन्हें भी साढ़े सभावां वालों 2 मैमोरेंडम दिते गए हैं डिप्टी कमिश्नर साहब नूं। साढ़े डिप्टी कमिश्नर साहब बड़े सूझवान ने, उन्होंने आश्वासन दवाया कि आपां ये साडी मंगां दा जो मैमोरेंडम है ਉਹ ਮਾਨਯੋਗ ਮੁੱਖ ਚੋਣ ਅਧਿਕਾਰੀ ਭਾਰਤ ਸਰਕਾਰ ਨੂੰ ਭੇਜ ਦਿੱਤਾ ਜਾਏਗਾ। ਮੈਨੂੰ ਇਹ ਵਿਸ਼ਵਾਸ ਹੈ ਕਿਉਂਕਿ ਮੈਂ ਇੱਕ ਛੋਟੀ ਜਿਹੀ ਇੱਕ ਲਾਈਨ ਦੀ ਕੰਪਲੇਂਟ ਕੀਤੀ ਸੀ, ਮੇਰਾ ਵੋਟ ਲੱਭਦਾ ਨਹੀਂ ਸੀ ਪਿਆ ਤੇ ਰਾਤ ਦੇ ਮੈਂ 4 ਫੋਨ ਆ ਗਏ ਨੇ ਮੈਨੂੰ ਡੀਸੀ ਸਾਹਿਬ ਦੇ ਦਫ਼ਤਰੋਂ ਵੀ ਤੁਹਾਡਾ ਵੋਟ ਨੰਬਰ ਇੰਨਾ ਹੈ, ਤੁਹਾਡਾ ਬੂਥ ਨੰਬਰ ਇੰਨਾ ਹੈ। ਸੋ ਸਾਡੇ ਇੰਨੇ ਸੂਝਵਾਨ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡੀ ਮੰਗ ਆਪਣਾ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਭੇਜ ਦਿੱਤੀ ਹੋਣੀ ਹੈ, ਕਿਉਂਕਿ ਸਾਡੀ ਜਿਹੜੀ ਗੁਰੂ ਰਵਿਦਾਸ ਦੇ ਸਾਡੇ ਭਗਤ ਨੇ, ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ 645ਵਾਂ ਜਨਮ ਦਿਨ ਆ ਰਿਹਾ ਹੈ, ਉਸ ਸ਼ੋਭਾ ਯਾਤਰਾ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ, ਸ਼੍ਰੀ ਗੋਵਰਧਨ ਬਨਾਰਸ ਸਾਡੇ ਮਾਨਯੋਗ ਪ੍ਰਧਾਨ ਮੰਤਰੀ श्री नरेंद्र मोदी जी की कॉन्स्टिट्यूएंसी दे विच साडे गुरु महाराज जी का जन्म स्थान है और सानू ये विश्वास है कि प्रधानमंत्री श्री नरेंद्र मोदी जी साडी ये मंग नूं पूरा करनगे ताकि
ਸਾਡੇ ਗੁਰੂ ਰਵਿਦਾਸ ਜੀ ਦੇ ਜਿੰਨੇ ਵੀ ਭਗਤ ਨੇ ਸਾਡੇ ਅੰਮ੍ਰਿਤਸਰ ਤੋਂ ਜਾਂਦੇ ਜਾਂ ਕੰਨਿਆ ਕੁਮਾਰੀ ਤੋਂ ਜਾਂ ਜਿਸ ਤੋਂ ਵੀ ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਤੇ ਪਹੁੰਚਦੇ ਨੇ, ਉੱਥੇ ਉਹਨਾਂ ਨੂੰ ਜਾਣ ਦਾ ਮੌਕਾ ਦੇਣਗੇ ਔਰ ਵਾਪਸ ਆ ਕੇ ਆਪਣੇ ਵੋਟ ਦਾ ਹੱਕ ਦਾ ਮੌਕਾ ਦੇਣਗੇ। ਸੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਪ੍ਰਧਾਨ ਮੰਤਰੀ ਔਰ ਮੁੱਖ ਚੋਣ ਕਮਿਸ਼ਨ ਨੂੰ ਜਿਹੜਾ ਭਾਰਤ ਸਰਕਾਰ ਦੇ ਨੇ ਉਹਨਾਂ ਤੋਂ ਮੰਗ ਕਰਦਾ ਹਾਂ ਕਿ ਜਿਹੜੀਆਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਦੇਖਦੇ ਹੋਏ 10 ਫਰਵਰੀ ਜਾਂ 25 ਫਰਵਰੀ ਨੂੰ ਅਗਾਂਹ ਪਿਛਾਂ 2 ਦਿਨ 4 ਦਿਨ, ਕਿਉਂਕਿ ਸਾਰੇ ਭਾਰਤ ਸਰਕਾਰ 'ਚ 5 ਰਾਜਾਂ ਦੇ ਚੁਣਾਵ ਹੋ ਰਹੇ ਨੇ। ਲਾਸਟ ਡੇਟ 7 ਮਾਰਚ ਨੂੰ ਯੂਪੀ ਦੇ ਵਿੱਚ ਹੋ ਰਹੀ ਹੈ ਅਤੇ ਸਾਡੀ ਤਰੀਕ ਵੀ ਅੱਗੇ ਪਿੱਛੇ ਕਰ ਦਿੱਤੀ ਜਾਵੇਗੀ ਅਤੇ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਣ ਲੱਗਾ। ਅਤੇ ਸਾਡੇ ਵੋਟਰ ਜਿਵੇਂ ਕਿ ਸਾਡੇ ਡੀਸੀ ਸਾਹਿਬ ਨੇ ਇੱਕ ਵੋਟ ਦਾ ਵੀ ਉਹਨਾਂ ਮਹੱਤਵ ਰੱਖਿਆ ਅਤੇ ਸਾਰੇ ਸਾਡੇ 5 ਤੋਂ 7 ਲੱਖ ਘੱਟੋ ਘੱਟ ਵੋਟਰ ਜਾਣਗੇ ਸ੍ਰੀ ਗੁਰਦਾਸਪੁਰੇ ਅਤੇ ਉਹ ਵਾਪਸ ਆ ਕੇ ਵੋਟ ਹੱਕ ਲੈਣ ਦਾ ਸਾਡੇ ਮੁੱਖ ਚੋਣ ਅਧਿਕਾਰੀ ਜਿਹੜੇ ਭਾਰਤ ਸਰਕਾਰ ਦੇ ਨੇ ਉਹ ਸਾਨੂੰ ਵੋਟ ਪਾਉਣ ਦਾ ਮੌਕਾ ਦੇਣਗੇ ਔਰ ਸਾਡੀ ਮੰਗ ਪੂਰੀ ਕਰ ਦੇਣਗੇ। ਧੰਨਵਾਦ। ਇਹ ਸਨ ਰਵਿਦਾਸ ਵਿਭਾਗ ਵੱਲੋਂ ਲਗਾਤਾਰ ਹੀ ਉਹਨਾਂ ਵੱਲੋਂ ਕਿਹਾ ਹੀ ਜਾ ਰਿਹਾ ਕਿ ਜੇਕਰ ਉਹਨਾਂ ਨੂੰ ਪੋਸਟਪੋਨ ਜਿਹੜਾ ਹੈ ਅਗਰ ਇਲੈਕਸ਼ਨ ਕਰਵਾਈ ਜਾਂਦੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਵੀ ਮਿਲੇਗਾ। ਲੇਕਿਨ ਕਿਉਂਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕਾਫੀ ਰਵਿਦਾਸੀ ਭਾਈਚਾਰੇ ਦੇ ਲੋਕ ਜਿਹੜੇ ਬਨਾਰਸ ਦੇ ਵਿੱਚ ਜਾ ਕੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਉਹ ਮਨਾਉਣ ਜਾਂਦੇ। ਹੁਣ ਵੇਖਣਾ ਹੋਵੇਗਾ ਕਿ ਭਾਰਤ ਸਰਕਾਰ ਤੇ ਚੋਣ ਕਮਿਸ਼ਨ ਜਿਹੜਾ ਹੈ ਤੇ ਕੀ ਜਿਹੜਾ ਆ ਸੰਗਠਨ ਜਿਹੜਾ ਲੈਂਦੀ ਹੈ ਤੇ ਲਗਾਤਾਰ ਹੀ ਜਿਹੜੀ ਨਜ਼ਰ ਹੈ ਉਹ ਵੀ ਇੱਥੇ ਬਣੀ ਰਹੇਗੀ। ਲੇਕਿਨ ਉਹਨਾਂ ਦਾ ਕਹਿਣਾ ਜੇਕਰ ਨਹੀਂ ਹੁੰਦਾ ਤਾਂ ਪ੍ਰੋਟੈਸਟ ਜ਼ਰੂਰ ਕੀਤਾ ਜਾਵੇਗਾ। ਕੈਮਰਾਮੈਨ ਜੈਪ੍ਰੀਤ ਨਾਲ ਗੁਰਪ੍ਰੀਤ ਸਿੰਘ, ਓਪਨ ਪੰਜਾਬੀ ਟੀਵੀ, ਅੰਮ੍ਰਿਤਸਰ।